ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗੁੱਡ ਮਾਰਨਿੰਗ ਜੌਲ ਸਾਹਿਬ। ਐਂਡ ਆਓ ਫਿਰ ਥੋੜੀ ਜਿਹੀ ਗੱਲਾਂ ਬਾਤਾਂ ਕਰੀਏ ਲੋਕਲ ਨਿਊਜ਼ ਦੇ ਬਾਰੇ। ਐਂਡ ਜਿੱਥੇ ਤੁਸੀਂ ਮਿਸਟਰ ਧੀਰਜ ਇੰਡੀਅਨ ਕਾਉਂਸਲ ਧੀਰਜ ਪਰੀਖ ਜੀ ਦੇ ਨਾਲ ਗੱਲਬਾਤ ਕੀਤੀ ਕੱਲ੍ਹ, ਆਪਾਂ ਜਿਹੜੇ ਵੀਜ਼ੇ ਦੇ ਜੋ ਗੱਲਬਾਤ ਹੋ ਰਹੇ ਸੀ, ਕਿਹੜੇ ਬੈਨ ਨੇ ਕਿਹੜੇ ਨਹੀਂ ਬੈਨ ਨੇ, ਪਰ ਕੁਝ ਅਜਿਹੇ ਵੀਜ਼ੇ ਵੀ ਨੇ ਹਾਲੇ ਜਿਸ ਸਾਰੇ ਤੁਹਾਨੂੰ ਨਹੀਂ ਪਤਾ। ਇੱਕ ਟੀ ਟਾਈਪ ਹੈ ਤੇ ਇੱਕ ਐਕਸ ਟਾਈਪ ਹੈ। ਜੌਲ ਸਾਹਿਬ ਥੋੜ੍ਹਾ ਜਿਹਾ ਵਿਸਤਾਰ ਦੇ ਨਾਲ ਦੱਸਿਆ ਜਾਵੇ ਕਿ ਇਹ ਐਕਸ ਤੇ ਟੀ ਕਿਹੜੇ ਵੀਜ਼ੇ ਨੇ। ਇਹ ਕਈ ਉਹ ਲੱਗੇ ਨੇ, ਪਹਿਲੋਂ ਲੱਗੇ ਨੇ ਤੇ ਬਾਅਦ ਚੋਂ ਵੀ ਲੱਗੇ ਨੇ। ਹਾਂ ਬਿਲਕੁਲ ਅਰਸ਼ੇਨਾ, ਆਪਣੇ ਭੈਣ ਭਰਾਵਾਂ ਵਾਸਤੇ ਬੜੀ ਕਨਫਿਊਜ਼ਿੰਗ ਹੀ ਵੀ ਆ ਸਿਚੁਏਸ਼ਨ ਪਈ। ਉਹਨਾਂ ਨੇ ਆਮ ਤੌਰ ਤੇ ਤਾਂ ਇਹੀ ਦੇਖਣਾ ਹੁੰਦਾ ਵੀ ਸਾਡਾ ਵੀਜ਼ਾ ਵੈਲਿਡ ਹੈ ਤੇ ਚਲੋ ਚੱਲੀਏ ਜੀ, ਕਹਿੰਦਾ ਵੀ ਉਹਨਾਂ ਨੂੰ ਵੀਜ਼ਾ ਟਾਈਪ ਦੇ ਵਿੱਚ ਬਹੁਤਾ ਇੰਟਰਸਟ ਨਹੀਂ ਹੁੰਦਾ ਵੀ ਇਹ ਐਕਸ ਕੀ ਹੈ, ਟੀ ਕੀ ਹੈ ਜਾਂ ਵਾਟਐਵਰ ਜੀ। ਸੋ ਇਹਦੇ ਵਿੱਚ ਹੁਣ ਪਰ ਇਹ ਆ ਵੀ ਜਦੋਂ ਤੋਂ ਇਹ ਕੋਵਿਡ ਆਇਆ ਤੇ ਫਿਰ ਆਪਾਂ ਦੇਖਿਆ ਵੀ ਉਹਨਾਂ ਨੇ ਲੌਂਗ ਟਰਮ ਵੀਜ਼ਾ ਦਾ, ਚਲੋ ਸਾਰੀ ਦੁਨੀਆ ਹੀ ਬੰਦ ਹੋ ਗਈ ਸੀਗੀ, ਉਹਦੇ ਵਿੱਚ ਇੰਡੀਆ ਵੀ ਸ਼ਾਮਲ ਸੀ। ਬਿਲਕੁਲ। ਫਿਰ ਕੀ ਹੋਇਆ ਵੀ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ OCI ਦੁਬਾਰਾ ਖੋਲ ਦਿੱਤਾ। ਹੁਣ ਬਹੁਤ ਸਾਰੇ ਲੋਕਾਂ ਨੇ, ਜਿੱਦਾਂ ਆਪਾਂ ਗੱਲ ਕਰਦੇ ਰਹਿੰਦੇ ਹਾਂ ਸਮੇਂ ਤੇ ਵੀ OCI ਦੇ ਬਾਰੇ 'ਚ ਆਪਣੇ ਮਨਾਂ 'ਚ ਆਪਣੀ ਗੰਢਾਂ ਬੰਨੀਆਂ ਹੋਈਆਂ ਸੀਗੀਆਂ ਤੇ ਉਹਨੂੰ ਨਹੀਂ ਪ੍ਰਾਪਤ ਕੀਤਾ, ਜਿਹਦੇ ਕਰਕੇ ਵੀ ਇਹ ਵੀਜ਼ਿਆਂ 'ਚ ਖੱਜਲ ਹੋਣਾ, ਹਰ ਵਾਰੀ ਫੀਸਾਂ ਦੇਣੀਆਂ ਜਿਹੜਾ ਜਾਰੀ ਰੱਖਿਆ ਗਿਆ। ਪਰ ਹੁਣ ਜਦੋਂ ਵੀਜ਼ਾ ਦੀ ਮੁਸ਼ਕਿਲ ਆਉਣੀ ਸ਼ੁਰੂ ਹੋਈ ਤੇ ਫਿਰ OCI ਦੀ ਕਦਰ ਜਿਹੜੀ ਉਹ ਪੈਣੀ ਸ਼ੁਰੂ ਹੋ ਵੀ ਗਈ ਆ। ਆਲ ਆਫ ਸਡਨ ਹੁਣ ਉਹ ਸਾਰੇ ਆਪਣੇ ਭੁਲੇਖੇ ਜਿਹੜੇ ਆਪਣੇ ਆਪ ਹੀ ਬਣਾਏ ਸੀ ਉਹ ਨਿਕਲ ਵੀ ਜਾ ਰਹੇ ਆ ਹੁਣ। ਲੇਕਿਨ ਕਿ ਇਹ ਹੈ ਜੀ ਵੀ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਪਾਸਪੋਰਟਸ ਦੇ ਵਿੱਚ ਮਤਲਬ 5 ਸਾਲ ਦਾ ਵੈਲਿਡ ਵੀਜ਼ਾ ਹੈ ਜਾਂ ਫਿਰ 10 ਸਾਲ ਦਾ ਵੈਲਿਡ ਵੀਜ਼ਾ ਹੈ, ਤੇ ਵੀਜ਼ਾ ਜਿਹੜਾ ਸਟਿੱਕਰ ਆ ਉਹਦੇ ਸਟਿੱਕਰ ਦੇ ਉੱਤੇ ਹਰ ਇੱਕ ਜਿਹੜਾ ਕੰਟਰੀ ਵੀਜ਼ਾ ਲਾਉਂਦਾ ਅਰਸ਼ ਉਹਦੇ ਉੱਤੇ ਵੀਜ਼ਾ ਟਾਈਪ ਵੀ ਲਿਖਿਆ ਹੁੰਦਾ ਵੀ ਉਹ ਜਿਹੜਾ ਜੀ ਵੀ ਕਿਹੜੀ ਕਿਸਮ ਦਾ ਆ। ਹੁਣ ਕਿਸਮ ਦੇ ਵਿੱਚ ਇਹ ਹੈ ਜੀ ਵੀ ਜਿਹੜਾ ਟੀ ਆ ਇਹ ਵੈਸੇ ਗਲੋਬਲੀ ਇਸ ਤਰੀਕੇ ਦੇ ਨਾਲ ਆ ਵੀ ਟੂਰਿਜ਼ਮ ਪਰਪਜ਼ ਲਈ ਜਿਹੜੇ ਵੀਜ਼ਾ ਦਿੱਤੇ ਜਾਂਦੇ ਆ ਉਹ ਟੂਰਿਸਟ ਲਿਖਿਆ ਹੁੰਦਾ ਜਾਂ ਫਿਰ ਟੀ ਲਿਖਿਆ ਹੁੰਦਾ ਹਨਾ, ਤੇ ਜਿਹੜਾ ਫਿਰ ਅਦਰ ਪਰਪਜ਼ ਹੋਵੇ ਅਦਰ ਦੈਨ ਟੂਰਿਜ਼ਮ ਉਹ ਐਕਸ ਮੰਨ ਲਿਆ ਜਾਂਦਾ ਵੀ ਹੋਰ ਕੋਈ ਵੀ ਹਨਾ ਜੀ, ਹੋਰ ਕੋਈ ਰੀਜ਼ਨ ਹੋ ਸਕਦਾ। ਤੁਸੀਂ ਵਿਜ਼ਿਟ ਕਰਨ ਜਾ ਰਹੇ ਹੋ, ਤੁਸੀਂ ਅਦਰਵਾਈਜ਼ ਕੋਈ ਫੈਮਿਲੀ ਤੁਹਾਡਾ ਰੀਜ਼ਨ ਹੈ, ਤੇ ਉਹਦੇ ਵਿੱਚ ਫਿਰ ਹੁਣ ਮਤਲਬ ਐਂਟਰੀ ਵੀਜ਼ਾ ਉਹਨੂੰ ਮੰਨਿਆ ਜਾਂਦਾ ਇੰਡੀਆ ਦੇ ਵੱਲੋਂ। ਸੋ ਇਸ ਕਰਕੇ ਇਹ ਹੈ ਜੀ ਵੀ ਜੇ ਪਰਪਜ਼ ਟੂਰਿਜ਼ਮ ਨਹੀਂ ਆ ਤੇ ਜਿਹੜਾ ਸਟਿੱਕਰ ਵੀਜ਼ਾ ਆ ਉਹਦੇ ਉੱਤੇ ਨਹੀਂ ਲਿਖਿਆ ਹੋਇਆ T1 T2 ਜਾਂ ਟੂਰਿਸਟ ਜਿਹੜਾ ਕਿ ਸਟਿੱਕਰ ਆ ਵੀ ਵੀਜ਼ਾ ਟਾਈਪ ਦੇ ਨਾਲ ਜੀ, ਤੇ ਫਿਰ ਉਹਦੇ ਤੇ ਲਿਖਿਆ ਹੋਏਗਾ ਵੀ ਐਕਸ ਜ਼ਰੂਰ ਨਜ਼ਰ ਆਏਗਾ। ਤੇ ਜੇ ਐਕਸ ਲਿਖਿਆ ਤੇ ਫਿਰ ਉਹ ਭਾਵੇਂ ਵੀਜ਼ਾ ਮਤਲਬ 10 ਸਾਲ ਦਾ ਭਾਵੇਂ 5 ਸਾਲ ਦਾ ਤੇ ਉਹ ਵੈਲਿਡ ਹੈ ਹੀ ਆ ਇੰਡੀਆ ਜਾਣ ਵਾਸਤੇ। ਦੂਸਰਾ ਇਹ ਆ ਵੀ ਜਿਹੜਾ ਸਟਿੱਕਰ ਵੀਜ਼ਾ ਪਾਸਪੋਰਟ ਦੇ ਵਿੱਚ 5 ਸਾਲ ਦਾ ਲੱਗਿਆ ਸੀ, ਉਹ ਜਦੋਂ ਵੀ ਪਿੱਛੇ ਲੱਗਾ ਸੀਗਾ ਕੋਵਿਡ ਤੋਂ ਪਹਿਲਾਂ ਜਾਂ ਜਦੋਂ ਵੀ ਲੱਗਿਆ ਸੀ ਵੀ ਜੇ ਉਹ ਵੈਲਿਡ ਦਿਸਦਾ 5 ਸਾਲ ਦਾ ਵੀਜ਼ਾ ਤੇ ਉਹਦੇ ਤੇ ਟਰੈਵਲ ਕੀਤਾ ਜਾ ਸਕਦਾ। ਅੱਛਾ, ਹੁਣ ਧੀਰਜ ਪਾਰੀਖ ਉਹਨਾਂ ਨੂੰ ਜਦੋਂ ਕੱਲ ਪੁੱਛਿਆ ਵੀ 5 ਸਾਲ ਦੇ ਵੀਜ਼ੇ ਤੇ ਟਰੈਵਲ ਕੀਤਾ ਜਾ ਸਕਦਾ ਤੇ 10 ਸਾਲ ਦੇ ਤੇ ਕਿਉਂ ਨਹੀਂ ਕੀਤਾ ਜਾ ਸਕਦਾ, ਫਿਰ ਉਹ ਮੁਸਕਰਾ ਕੇ ਕਹਿੰਦੇ ਜੀ ਵੀ ਇਹਦਾ ਰੀਜ਼ਨ ਤੇ ਸਾਡੇ ਕੋਲ ਹੈ ਨਹੀਂ ਵੀ ਇਹ ਇੱਦਾਂ ਦਾ ਡਿਸੀਜਨ ਗਵਰਨਮੈਂਟ ਨੇ ਕਿਉਂ ਬਣਾਇਆ। ਪਰ ਹਾਲ ਦੀ ਘੜੀ ਇਹ ਹੈ ਵੀ 10 ਸਾਲ ਦਾ ਵੀਜ਼ਾ ਜਿਹੜਾ ਜੀ ਵੀ ਜਾਂ ਕੋਈ ਵੀ ਜਿਹੜਾ ਵੀਜ਼ਾ ਜਿਹਦੇ ਤੇ ਐਕਸ ਲਿਖਿਆ ਹੋਇਆ ਟਾਈਪ ਉਹਦੇ ਤੇ ਟਰੈਵਲ ਕੀਤਾ ਜਾ ਸਕਦਾ। ਪਰ ਜੇ ਟੂਰਿਜ਼ਮ ਪਰਪਜ਼ ਲਈ ਵੀਜ਼ਾ ਹੈ, ਬਹੁਤ ਸਾਰੇ ਲੋਕਾਂ ਦਾ ਹੈ ਹੀ ਟੂਰਿਜ਼ਮ ਪਰਪਜ਼ ਵਾਸਤੇ ਤੇ ਜਿਹਦੇ ਕਰਕੇ ਵੀ ਉਹ ਵੀਜ਼ਾ ਜਿਹੜਾ ਉਹ ਰੀਇਨਸਟੇਟ ਨਹੀਂ ਕੀਤਾ ਗਿਆ। ਤੇ ਸਪੈਸ਼ਲੀ ਉਹਨਾਂ ਨੇ ਜਾਣੀ ਕੱਲ ਦੱਸਿਆ ਵੀ ਜਿਹੜਾ ਇੱਕ ਵਾਰ ਫੇਰ ਇਹ ਵੀਜ਼ਾ ਲੋਕੀ ਉਡੀਕ ਰਹੇ ਆ ਵੀ ਇਹਨੂੰ ਜਿਹੜਾ ਉਹਨਾਂ ਦਾ ਆਲਰੇਡੀ ਪ੍ਰਿੰਟ ਕੱਢਿਆ ਹੋਇਆ ਉਹਨਾਂ ਨੇ ਆਪਣਾ ਵੀਜ਼ਾ ਵੀ ਉਹ ਦੁਬਾਰਾ ਬਹਾਲ ਕਰ ਦਿੱਤਾ ਜਾਵੇ ਤੇ ਜਾਂ ਫਿਰ ਚਲੋ ਪੁਰਾਣਾ ਛੱਡ ਕੇ ਜੇ ਨਵਾਂ ਹੀ ਲੈ ਸਕੀਏ। ਪਰ ਹੁਣ ਇਹ ਅੱਜ ਵੀ ਕੈਨੇਡੀਅਨਸ ਵਾਸਤੇ ਇਹ ਫੈਸਿਲਿਟੀ ਜਿਹੜੀ ਵੀਜ਼ਾ ਦੀ ਨਹੀਂ ਹਜੇ ਉਹਨਾਂ ਨੇ ਬਹਾਲ ਕੀਤੀ ਤੇ ਇਹਦਾ ਵੀ ਕੋਈ ਕਾਰਨ ਨਹੀਂ ਹੈ ਅਫੀਸ਼ੀਅਲਸ ਦੇ ਕੋਲ ਇੱਥੇ ਦੱਸ ਸਕਦੇ ਵੀ ਉਹ ਕਿਉਂ ਨਹੀਂ ਕੈਨੇਡੀਅਨਸ ਨੂੰ ਇਹ ਦੁਬਾਰਾ ਸਹੂਲਤ ਦਿੱਤੀ ਜਾ ਰਹੀ। ਪਰ ਅੱਜ ਦੀ ਸੱਚਾਈ ਇਹ ਹੈ ਜੀ ਵੀ ਵੀਜ਼ਾ ਭਾਵੇਂ ਉਹ ਪਹਿਲਾਂ ਦਾ ਲੱਗਾ ਹੋਇਆ ਵੈਲਿਡ ਆ ਤੁਹਾਡੇ ਕੋਲ ਪੇਪਰ, ਉਹ ਵੈਲਿਡ ਨਹੀਂ ਆ ਜੀ। ਵੀਜ਼ਾ ਅਜੇ ਅਪਲਾਈ ਵੀ ਨਹੀਂ ਕੀਤਾ ਜਾ ਸਕਦਾ ਤੇ ਜੇ 5 ਸਾਲ ਦੀ ਮਿਆਦ ਵਾਲਾ ਵੈਲਿਡ ਵੀਜ਼ਾ ਪਾਸਪੋਰਟ 'ਚ ਹੈਗਾ ਉਹਦੇ ਤੇ ਟਰੈਵਲ ਕੀਤਾ ਜਾ ਸਕਦਾ ਇਹਦੇ ਨਾਲ ਹੀ। ਪਰ ਜੇ ਟੂਰਿਜ਼ਮ ਪਰਪਜ਼ ਵਾਸਤੇ ਜਿਹੜਾ ਵੀਜ਼ਾ ਤੁਹਾਡਾ ਲੌਂਗ ਟਰਮ ਦਾ ਲੱਗਾ ਹੋਇਆ ਉਹਦੇ ਤੇ ਟਰੈਵਲ ਨਹੀਂ ਕੀਤਾ ਜਾ ਸਕਦਾ। ਤੇ ਜੇ ਉਹਦਾ ਟੂਰਿਜ਼ਮ ਤੋਂ ਬਿਨਾਂ ਹੋਰ ਕੋਈ ਟਾਈਪ ਆ ਵੀ ਐਕਸ ਵਗੈਰਾ X1 ਜਾਂ ਕੁਛ, ਤੇ ਇਸ ਤਰੀਕੇ ਦੇ ਨਾਲ ਫਿਰ ਉਹਦੇ ਤੇ ਵੀ ਟਰੈਵਲ ਕਰਨਾ ਸੰਭਵ ਹੋਏਗਾ ਕਿਉਂਕਿ ਉਹ ਐਜ਼ ਏ ਐਂਟਰੀ ਵੀਜ਼ਾ ਕੰਸੀਡਰ ਹੋਏਗਾ। ਤੇ ਲੇਕਿਨ ਕਿ 6 ਅਕਤੂਬਰ ਤੋਂ ਬਾਅਦ ਅਰਸ਼ ਜਿਨ੍ਹਾਂ ਨੇ
ਪਿਛਲੇ ਸਾਲ ਫਿਰ ਨਵੇਂ ਸਿਰੇ ਤੋਂ ਵੀਜ਼ੇ ਅਪਲਾਈ ਕਰਨੇ ਸ਼ੁਰੂ ਕੀਤੇ ਸੀਗੇ ਤੇ ਫਿਰ ਇੱਕ ਸਾਲ ਦਾ ਹੋ ਸਕਦਾ ਵੀਜ਼ਾ ਮਿਲਿਆ ਹੋਵੇ। ਇਹ ਗੱਲਾਂ ਅੱਜ ਕਰਨੀਆਂ ਕਿਉਂ ਜ਼ਰੂਰੀ ਨੇ ਅਰਸ਼ ਸਮਰ ਦੇ ਵਿੱਚ, ਹਨਾ? ਕਿਉਂਕਿ ਗਾਂ ਹੁਣ ਸੀਜ਼ਨ ਆਉਣਾ, ਫਿਰ ਸ਼ੁਰੂ ਕਰ ਦਿੰਦੇ ਆ ਵੀ ਆਪਾਂ ਜਾਣਾ ਆ। ਜੀ। ਹੁਣ ਵੈਸੇ ਅੱਜ ਜੁਲਾਈ ਆ ਤੇ ਜਾਣ ਦਾ ਸੀਜ਼ਨ ਆਮ ਤੌਰ ਤੇ ਸਤੰਬਰ ਦੇ ਐਂਡ ਤੋਂ, ਅਕਤੂਬਰ ਤੋਂ, ਨਵੰਬਰ ਤੋਂ ਸ਼ੁਰੂ ਹੁੰਦਾ, ਹਨਾ ਜੀ। ਇਸ ਸਾਲ ਚਲੋ 2022 ਦੇ ਵਿੱਚ ਤਾਂ ਆਪਾਂ ਹੀ ਅਪੀਲ ਕਰ ਰਹੇ ਹਾਂ ਵੀ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਜਾਣਾ ਤੇ ਉਸ ਤਰੀਕੇ ਦਾ ਪ੍ਰਬੰਧ ਕਰਿਓ ਵੀ ਤੁਸੀਂ ਐਟਲੀਸਟ 7 ਅਕਤੂਬਰ ਦੀ ਐਡਵਾਂਸ ਪੋਲਿੰਗ ਦੇ ਵਿੱਚ ਮਿਊਨਿਸਪਲ ਇਲੈਕਸ਼ਨ 'ਚ ਵੋਟ ਜ਼ਰੂਰ ਪਾ ਜਾਓ, ਹਨਾ? ਵੀ ਜੇ ਵਾਰਡ 9-10 ਵਿੱਚ ਹੈਗੇ ਆ ਤੇ ਸਾਨੂੰ ਵੋਟ ਪਾ ਜਾਓ ਸਕੂਲ ਟਰਸਟੀ ਦੀ। ਤੇ ਪਰ ਇਹ 7-8-9 ਨੂੰ ਐਡਵਾਂਸ ਪੋਲ ਆ ਵੀ ਜਦੋਂ ਵੀ ਤੁਸੀਂ ਇੰਡੀਆ 'ਚ ਜਾਣਾ ਤੇ ਅਕਤੂਬਰ ਦੇ ਪਹਿਲੇ ਹਫ਼ਤੇ ਇਹ ਖਿਆਲ ਰੱਖਣਾ ਵੀ ਤੁਸੀਂ ਐਟਲੀਸਟ ਐਡਵਾਂਸ ਪੋਲ ਦੇ ਵਿੱਚ ਆਪਣਾ ਜਿਹੜਾ ਵੋਟ 7 ਅਕਤੂਬਰ ਨੂੰ ਪਾ ਸਕੋ ਜੀ ਤੇ ਉਸ ਤੋਂ ਬਾਅਦ ਜਾ ਸਕੋ, ਕਿਉਂਕਿ ਮੁੜ ਕੇ 4 ਸਾਲ ਬਾਅਦ ਅਪਰਚੁਨਿਟੀ ਆ ਵੀ ਤੁਹਾਡੇ ਆਪਣੇ ਜਿਹੜੇ ਵੋਟਿੰਗ ਰਾਈਟ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਵਰਤਣ ਦੇ ਲਈ। ਅੱਛਾ, ਉਹ ਹੁਣ ਇਹ ਆ ਜੀ ਵੀ ਹੁਣ ਦੂਸਰੇ ਪਾਸੇ ਜੁਲਾਈ ਚੱਲ ਰਹੀ ਆ, ਪਰ ਅਕਤੂਬਰ ਨਵੰਬਰ ਦੇ ਵਿੱਚ ਅਜੇ ਕੁਝ ਮਹੀਨੇ ਬਾਕੀ ਨੇ ਵੀ ਜਾਣੀ ਅੱਜ ਵੀ ਜੇ OCI ਅਪਲਾਈ ਕੀਤਾ ਜਾਵੇ ਤੇ ਉਹ ਤੁਹਾਨੂੰ ਅਗਸਤ ਸਤੰਬਰ ਦੇ ਵਿੱਚ ਬਣ ਕੇ ਤੁਹਾਡੇ ਸਤੰਬਰ ਦੇ ਵਿੱਚ ਹੱਥ ਦੇ ਵਿੱਚ ਆ ਸਕਦਾ ਜੀ। ਬਿਲਕੁਲ ਹੈ ਨਾ? ਤੁਸੀਂ ਬੜੀ ਸ਼ਾਨ ਦੇ ਨਾਲ ਜਾਓ, ਜਿੰਨੀ ਦੇਰ ਮਰਜ਼ੀ ਰਹੋ ਤੇ ਜਦੋਂ ਮਰਜ਼ੀ ਮੁੜਿਓ ਤੇ ਸਾਰੀ ਲਾਈਫ ਵਾਸਤੇ ਆ ਉਹ ਝੰਜਟ ਹੀ ਖਤਮ ਜੀ। ਅੱਜ ਵੀ ਜਿਹੜੇ ਲੋਕ OCI ਮਤਲਬ ਅਪਲਾਈ ਕਰਨ ਉਹ ਜਾਂ ਮਤਲਬ ਹੁਣ ਤੋਂ ਜੇ ਪਲਾਨ ਕਰ ਰਹੇ ਹੋ ਤੇ ਫਿਰ ਅਕਤੂਬਰ ਨਵੰਬਰ ਤੱਕ ਤੇ ਵੈਸੇ ਹੀ ਤੁਹਾਡੀ ਵਿਜ਼ਿਟ ਤੋਂ ਪਹਿਲਾਂ OCI ਬਣ ਕੇ ਆ ਸਕਦਾ। ਸੋ ਉਸ ਲਿਹਾਜ਼ ਨਾਲ OCI ਅਪਲਾਈ ਕਰਕੇ ਵੀ ਬਾਅਦ ਦੇ ਵਿੱਚ OCI 'ਚ ਡਿਲੇ ਕੋਈ ਹੋਵੇ ਤਾਂ ਵੀਜ਼ਾ ਤਾਂ ਲੈ ਕੇ ਐਂਟਰੀ ਵੀਜ਼ਾ ਕਦੇ ਵੀ ਜਾਇਆ ਜਾ ਸਕਦਾ ਨਾ, ਉਹਦੇ 'ਚ ਕੋਈ ਰੁਕਾਵਟ ਨਹੀਂ ਪੈਂਦੀ ਜੇ OCI ਦੀ ਐਪਲੀਕੇਸ਼ਨ ਲਗਾਈ ਵੀ ਹੋਵੇ ਤਾਂ। ਸੋ ਇਸ ਕਰਕੇ ਜੀ ਵੀ ਇਹ ਗੱਲਾਂ ਆਪਾਂ ਕੱਲ੍ਹ ਵੀ ਡਿਟੇਲ 'ਚ ਕੀਤੀਆਂ ਸੀ, ਅੱਜ ਵੀ ਇੱਕ ਵਾਰ ਕੀਤੀਆਂ ਨੇ, ਇਸ ਕਰਕੇ ਕਿਉਂਕਿ ਵੀ ਹੁਣ ਸਮਰ ਦੇ ਵਿੱਚ ਉਹ ਕਹਿ ਰਹੇ ਆ ਵੀ ਅਸੀਂ 1 ਹਫ਼ਤੇ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਕਰਕੇ ਵੀਜ਼ਾ ਦੀ ਤੇ ਉਹ ਵਾਪਸ ਭੇਜ ਦੇਗਾ ਪਾਸਪੋਰਟ, ਹਨਾ? ਸੋ ਹੁਣ ਕੋਈ ਏਡਾ ਰਸ਼ ਨਹੀਂ ਆ ਐਪਲੀਕੇਸ਼ਨ ਦਾ, ਵੀਜ਼ਾ ਵੀ ਜਿਹੜਾ ਜੀ ਉਹ ਜਲਦੀ ਪ੍ਰੋਸੈਸ ਹੋ ਰਿਹਾ। OCI ਦੀਆਂ ਐਪਲੀਕੇਸ਼ਨਸ ਵੀ ਵੈਸੇ ਧੜਾ ਜਾ ਰਹੀਆਂ ਜੀ। ਉਸ ਲਿਹਾਜ਼ ਨਾਲ ਇਹ ਅੱਜ ਵੀ ਜੋ ਵੀ ਆਪਣਾ ਫੈਸਲਾ ਹੋਵੇ OCI ਵੱਲ ਨੂੰ ਝੁਕਾ ਹੁਣ ਲੋਕਾਂ ਦਾ ਵੈਸੇ ਵਧਿਆ ਹੋਇਆ, ਭੁਲੇਖੇ ਸਾਰੇ ਨਿਕਲ ਗਏ ਨੇ ਜੀ। ਤੇ ਅਸੀਂ ਚਾਹੁੰਦੇ ਹਾਂ ਜੀ ਕਿ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਰਿਆਂ ਨੇ ਜੋ ਆਪਣੇ ਟ੍ਰਿਪ ਜਿਹੜੇ ਉਹ ਲਿਖਣੇ ਆ ਉਹ ਸਫਲ ਰਹਿਣ। ਇਹ ਸਮਾਂ ਅਸੀਂ ਇਸ ਕਰਕੇ ਲਗਾਇਆ ਕੱਲ ਤੇ ਅੱਜ ਜੀ। ਅਗਰ ਤੁਹਾਡਾ ਪਾਸਪੋਰਟ ਕੈਨੇਡੀਅਨ ਪਾਸਪੋਰਟ ਚੋਰੀ ਜਾਂ ਗੁੰਮ ਗਿਆ ਹੈ, ਇਟ ਇਜ਼ ਰਿਕੁਆਇਰਡ ਕਿ ਤੁਸੀਂ ਡਾਇਰੈਕਟਲੀ ਕੈਨੇਡਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ ਪਾਸਪੋਰਟ ਪ੍ਰੋਗਰਾਮ ਨੀਅਰੈਸਟ ਜਿਹੜਾ ਸਰਵਿਸ ਕੈਨੇਡਾ ਉਹਨੂੰ ਫੋਨ ਕੀਤਾ ਜਾਵੇ। ਹਾਂ, ਯੈਸ, ਇਹ ਨਾ ਆਮ ਤੌਰ ਤੇ ਜਾਣੀ ਕਿ ਵੀ ਜਦੋਂ ਪਾਸਪੋਰਟ ਗੁਆਚਦਾ ਤੇ ਕਾਫੀ ਸਾਰੇ ਮੁਲਕਾਂ 'ਚ ਇਹ ਆ ਵੀ ਪੁਲਿਸ ਦੇ ਕੋਲ ਜਾਣਾ ਪੈਂਦਾ ਵੀ ਪੁਲਿਸ ਰਿਪੋਰਟ ਕਰਾਓ ਜੀ। ਪਰ ਕੈਨੇਡਾ 'ਚ ਇਹ ਹੈ ਵੀ ਜਿਹੜਾ ਕੈਨੇਡੀਅਨ ਪਾਸਪੋਰਟ ਜੇ ਡੈਮੇਜ ਹੋ ਗਿਆ, ਲਾਸ ਹੋ ਗਿਆ, ਵੀ ਉਹਦੀ ਰਿਪਲੇਸਮੈਂਟ ਚਾਹੀਦੀ ਆ ਤੇ ਫਿਰ ਉਹ ਪੁਲਿਸ ਕੋਲ ਜਾਣ ਦੀ ਲੋੜ ਨਹੀਂ ਆ। ਇਹ ਪਾਸਪੋਰਟ ਕੈਨੇਡਾ ਦੇ ਕੋਲ ਸਪੈਸ਼ਲ ਸਿਸਟਮ ਆ ਇਸ ਚੀਜ਼ ਨੂੰ ਦੁਬਾਰਾ ਇੱਕ ਤਰੀਕੇ ਦੇ ਨਾਲ ਜਿਹੜਾ ਪਾਸਪੋਰਟ ਇਸ਼ੂ ਕਰਨ ਦੇ ਲਈ, ਉਹਦੀ ਰਿਪੋਰਟ ਕਰਨ ਦੇ ਲਈ, ਕਿਉਂ ਸਿਸਟਮ ਦੇ ਵਿੱਚ ਉਹਨਾਂ ਨੇ ਪਾਉਣਾ ਹੁੰਦਾ ਜੀ ਪੁਰਾਣਾ ਪਾਸਪੋਰਟ ਜਿਹੜਾ ਜੀ ਉਹ ਵੈਲਿਡ ਹੋਣਾ ਨਹੀਂ ਰਿਹਾ ਟਰੈਵਲ ਕਰਨ ਵਾਸਤੇ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਇਹ ਸਿਸਟਮ ਇੱਦਾਂ ਰੱਖਿਆ ਗਿਆ ਵੀ ਜੇ ਕੈਨੇਡੀਅਨ ਪਾਸਪੋਰਟ ਲੋਸਟ ਹੋ ਗਿਆ, ਡੈਮੇਜ ਹੋ ਗਿਆ, ਉਹਦੀ ਰਿਪੋਰਟ ਜਿਹੜੀ ਆ ਵੀ ਇਹ ਪੁਲਿਸ ਦੇ ਥਾਣੇ ਜਾਣ ਦੀ ਲੋੜ ਨਹੀਂ ਜਾਂ ਉਹਨਾਂ ਨੂੰ ਫੋਨ ਕਰਨ ਦੀ ਲੋੜ ਨਹੀਂ ਗੀ। ਆਪਣੇ ਨਜ਼ਦੀਕੀ ਸਾਰੇ ਦੇਸ਼ ਦੇ ਵਿੱਚ ਸਾਰੇ ਸ਼ਹਿਰਾਂ 'ਚ ਆਪਾਂ ਦੇਖਦੇ ਹਾਂ ਵੀ ਆ ਸਰਵਿਸ ਕੈਨੇਡਾ ਖੁੱਲ੍ਹੇ ਹੋਏ ਨੇ ਜਗ੍ਹਾ ਜਗ੍ਹਾ, ਉੱਥੇ ਆਪਾਂ ਪਾਸਪੋਰਟ ਅਪਲਾਈ ਵੀ ਕਰ ਸਕਦੇ ਹਾਂ ਤੇ ਉੱਥੇ ਹੀ ਇਹ ਪਾਸਪੋਰਟ ਜੇ ਲੋਸਟ ਜਾਂ ਡੈਮੇਜ ਹੋ ਗਿਆ, ਜੇ ਡੈਮੇਜ ਹੋ ਗਿਆ ਫਿਰ ਤੇ ਪਾਸਪੋਰਟ ਨਾਲ ਹੀ ਲਿਜਾਇਆ ਜਾ ਸਕਦਾ ਨਾ ਵੀ ਆਹ ਦੇਖੋ ਜੀ ਵੀ ਇਹ ਹੁਣ ਮੈਂ ਇੱਥੇ ਟਰੈਵਲ ਨਹੀਂ ਕਰ ਸਕਦੇ ਤੇ ਇਹ ਨਵਾਂ ਚਾਹੀਦਾ। ਪਰ ਲੇਕਿਨ ਕਿ ਉਹ ਫਿਰ ਰਿਪੋਰਟ ਕਰ ਲੈਣਗੇ। ਤੇ ਦੂਸਰਾ ਇਹ ਹੈ ਜੀ ਵੀ ਲੋਸਟ ਹੋ ਗਿਆ ਫਿਰ ਵੀ ਸਰਵਿਸ ਕੈਨੇਡਾ ਕੋਲ ਹੀ ਜਾਣਾ ਤੇ ਜੇ ਉਹ ਐਡਵਾਈਜ਼ ਕਰਨ ਵੀ ਹੁਣ ਪੁਲਿਸ ਕੋਲ ਵੀ ਜਾਣ ਦੀ ਲੋੜ ਹੈ ਤੇ ਉਹ ਗੱਲ ਵੱਖਰੀ ਹੈ ਜੀ। ਪਰ ਸਰਵਿਸ ਕੈਨੇਡਾ ਕੋਲ ਪਹਿਲਾਂ ਜਾਣਾ ਜ਼ਰੂਰੀ ਆ ਤੇ ਇਹਦੇ ਵਾਸਤੇ ਫੋਨ ਤੇ ਵੀ ਵੈਸੇ ਇਹ ਕੰਮ ਕੀਤਾ ਜਾ ਸਕਦਾ ਅਰਸ਼, ਤੇ ਸਰਵਿਸ ਕੈਨੇਡਾ ਦਾ ਫੋਨ ਗੂਗਲ ਕੀਤਾ ਜਾ ਸਕਦਾ, ਹਰ ਜਗ੍ਹਾ ਸਾਰੇ ਦੇਸ਼ ਦੇ ਵਿੱਚ ਉਪਲਬਧ ਹੈ। ਲੇਕਿਨ ਕਿ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਨਹੀਂ ਹੋ, ਕੋਈ ਹੋਰ ਸਿਟੀਜ਼ਨ ਹੋ ਕੈਨੇਡਾ ਦੇ ਵਿੱਚ, ਫਿਰ ਪਾਸਪੋਰਟ ਗੁਆਚ ਗਿਆ ਜਾਂ ਨੁਕਸਾਨਿਆ ਗਿਆ ਤੇ ਫਿਰ ਪੁਲਿਸ ਕੋਲ ਜਾਣਾ ਜ਼ਰੂਰੀ ਹੈ ਅਰਸ਼ਦ ਜੀ। ਫਿਰ ਤਾਂ ਜਾਣਾ ਜ਼ਰੂਰੀ ਹੈ ਜੀ, ਬਿਲਕੁਲ। ਪੁਲਿਸ ਦੇ ਕੋਲ ਤੇ ਤੁਹਾਨੂੰ ਪਤਾ ਹੀ ਆ ਕੱਲ ਚੋਰੀ ਦੀਆਂ ਰਿਪੋਰਟਾਂ ਵੈਸੇ ਹੀ ਨਹੀਂ, ਉਹਨਾਂ ਦਾ ਸਾਰਾ ਦਿਨ ਵੇਲ ਲੱਗਦਾ ਲਿਖ ਕੇ, ਪਰ ਇਹਦੇ ਵਿੱਚ ਵੀ ਜੇ ਪਾਸਪੋਰਟ ਵੀ ਇੱਦਾਂ ਕਿਤੇ ਹੋ ਗਿਆ ਹਾਂਜੀ, ਪਰ ਉਹ ਕੋਸ਼ਿਸ਼ ਕੀਤੀ ਜਾਵੇ ਕਿ ਅੱਜ ਕੱਲ੍ਹ ਇਹ ਡਾਕੂਮੈਂਟਸ ਆ ਨਾ ਜਿਹੜੇ ਪਹਿਲਾਂ ਕਲਚਰ ਰਿਹਾ ਕਈ ਵਾਰੀ ਅਰਸ਼ ਵੀ ਆਪੇ ਗਵਾ ਲੈਣਾ, ਆਪੇ ਉਹਨੂੰ ਕਰ ਲੈਣਾ ਡੈਮੇਜ ਜਾਂ ਵਗੈਰਾ ਇੱਦਾਂ ਸਾਰਾ ਪਤਾ। ਅੱਛਾ, ਉਹ ਹੁਣ ਅੱਜ ਕੱਲ੍ਹ ਕਾਫੀ ਜਿਹੜਾ ਸਿਸਟਮ ਆ ਨਾ ਮਾਹੌਲ ਟੈਕਨੋਲੋਜੀ ਬੜੀ ਚੇਂਜ ਹੋ ਗਈ ਆ, ਬੜੀਆਂ ਖੱਜਲ ਖੁਆਰੀਆਂ, ਬੜੀਆਂ ਫੀਸਾਂ, ਬੜੇ ਸਮੇਂ ਲੱਗਦੇ ਨੇ, ਬੜੀਆਂ ਪੁੱਛ ਦੱਸਾਂ ਹੁੰਦੀਆਂ ਨੇ ਵੀ ਕਿੱਦਾਂ ਇਹ ਗਵਾਚਾ, ਕੀ ਸਭ ਕੁਛ ਹੋਇਆ। ਸੋ ਉਹਨਾਂ ਝੰਜਟਾਂ ਵਿੱਚ ਪੈਣ ਦੀ ਬਜਾਏ ਸ਼ੁਕਰ ਰੱਬ ਦਾ ਕਰਨਾ ਚਾਹੀਦਾ ਵੀ ਕੈਨੇਡਾ ਦੇ ਵਿੱਚ ਹਾਂ
ਦੁਨੀਆ ਦੀਆਂ ਹੋਰ ਦੇਸ਼ਾਂ ਧਰਤੀਆਂ ਤੇ ਲੋਕਾਂ ਨੂੰ ਮਨੁੱਖਤਾ ਨੂੰ ਬੜੀਆਂ ਮਾਰਾਂ ਪੈ ਰਹੀਆਂ ਨੇ ਤੇ ਆਪਾਂ ਸਾਰੇ ਇੱਥੇ ਮਤਲਬ ਆਨੰਦ ਮਾਣਦਿਆਂ ਵੀ ਜੇ ਇੱਦਾਂ ਕਰੀਏ ਤੇ ਫਿਰ ਕਮਾਲ ਦੀਆਂ ਗੱਲਾਂ ਨੇ। ਜੀ ਕੁੱਲ ਮਿਲਾ ਕੇ ਇਹ ਹੈ ਜੀ ਵੀ ਪਾਸਪੋਰਟ ਜੇ ਕੈਨੇਡੀਅਨ ਹੈ ਉਹਨੂੰ ਸੰਭਾਲ ਕੇ ਗਹਿਣੇ ਵਾਂਗੂ ਹਰ ਤਰ੍ਹਾਂ ਉਹਦੀ ਵੈਲਿਊ ਬੜੀ ਰੱਖਣਾ ਚਾਹੀਦਾ। ਇੱਦਾਂ ਹੀ ਹਰ ਇੱਕ ਦੇਸ਼ ਦਾ ਆਪਣਾ ਪਾਸਪੋਰਟ ਜੇ ਸਿਟੀਜ਼ਨ ਕੋਲ ਹੈ ਉਹਨੂੰ ਬੜਾ ਪਿਆਰਾ ਹੁੰਦਾ ਜੀ ਉਹ ਨੁਕਸਾਨਿਆਂ ਗਵਾਚਿਆ ਨਾ ਜਾਵੇ ਤੇ ਬੇਧਿਆਨੀਆਂ ਜਿਹੜੀਆਂ ਆਪਾਂ ਨਹੀਂ ਵਰਤਣੀਆਂ ਤਾਂ ਕਿ ਆ ਜਿਹੜੀਆਂ ਖੱਜਲ ਖੁਆਰੀਆਂ ਤੇ ਫੀਸਾਂ ਜੀ ਪੁਲਿਸਾਂ ਦੇ ਚੱਕਰ ਉਹ ਸਾਨੂੰ ਨਾ ਪੈਣ। ਸਾਡੇ ਨਾਲ ਕਾਲਰ ਨੇ ਜੀ, ਲੈਂਦੇ ਆ ਫਰਸਟ ਕਾਲ ਔਨ ਦੀ ਏਅਰ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਸਤਿ ਸ੍ਰੀ ਅਕਾਲ ਬੇਟਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਤਪਾਲ ਜਾਲ ਸੇ ਤੋਂ ਇਹ ਪੁੱਛਣਾ ਚਾਹੂੰਗੀ ਬਈ ਜੇ ਹੁਣ OCI ਲੈਣਾ, ਮੇਰੇ ਕੋਲ ਸਿਟੀਜ਼ਨਸ਼ਿਪ ਹੈ ਤੇ ਹੁਣ OCI ਲੈਣਾ ਤਾਂ ਇਹਦਾ ਕੀ ਪ੍ਰੋਸੀਜਰ ਹੈ ਤੇ ਕਿੱਥੇ ਅਪਲਾਈ ਕਰਨਾ, ਕਿੰਨੀ ਫੀਸ ਹੈ? ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਹਾਂਜੀ OCI ਦਾ ਦੇਖੋ ਪ੍ਰੋਸੀਜਰ ਕੋਈ ਖਾਸ ਚੇਂਜ ਤਾਂ ਨਹੀਂ ਹੋਇਆ ਅਰਸ਼ ਵੀ ਇਹ ਜਿੱਦਾਂ OCI ਕਹ ਲਓ ਵੀ ਕੋਵਿਡ ਤੋਂ ਪਹਿਲਾਂ ਅਪਲਾਈ ਹੁੰਦੀ ਸੀਗੀ ਉਸੇ ਤਰੀਕੇ ਦੇ ਨਾਲ ਹੀ ਹੋਣੀ ਵੀ ਇਹਦਾ ਡਿਊਲ ਐਪਲੀਕੇਸ਼ਨ ਪ੍ਰੋਸੈਸ ਹੈਗਾ ਜੀ। ਉਹ ਡਿਊਲ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਇਸੇ ਤਰ੍ਹਾਂ ਹੀ ਆ ਜੀ ਵੀ ਇਹ ਤੁਹਾਨੂੰ ਆਨਲਾਈਨ ਹੁਣ ਬਹੁਤ ਸਾਰੇ ਨਾ ਫੋਨ ਅਰਸ਼ ਏਦਾਂ ਆਉਣਗੇ ਵੀ OCI ਅਪਲਾਈ ਕਰਨੀ ਹੈ ਤੇ ਦੱਸੋ ਕਿੱਥੇ ਜਾਈਏ ਹਨਾ। ਬਿਲਕੁਲ ਚਲੋ ਜਿਹੜੇ ਭੈਣ ਭਰਾ ਪੜ੍ਹ ਲਿਖ ਨਹੀਂ ਸਕਦੇ ਉਹ ਤਾਂ ਠੀਕ ਆ ਪਰ ਇਹ ਬੜਾ ਸਿੰਪਲ ਐਪਲੀਕੇਸ਼ਨ ਪ੍ਰੋਸੈਸ ਆ ਵੀ ਇੱਕ ਫਾਰਮ ਹੀ ਉਹ ਭਰਨੇ ਆ ਆਨਲਾਈਨ। ਤੁਹਾਡੇ ਕੋਲ ਸਾਰੀ ਡਾਕੂਮੈਂਟੇਸ਼ਨ ਹੈਗੀ ਆ, ਜਿਹੜੀ ਇਨਫੋਰਮੇਸ਼ਨ ਉਹਨਾਂ ਫਾਰਮਾਂ ਦੇ ਵਿੱਚ ਭਰਨ ਨੂੰ ਮੰਗੀ ਜਾਂਦੀ ਉਹ ਤੁਹਾਡੇ ਡਾਕੂਮੈਂਟਸ ਦੇ ਵਿੱਚ ਆ, ਤੁਹਾਡਾ ਜਨਮ ਤਰੀਕ ਜੀ, ਤੁਹਾਡਾ ਐਡਰੈਸ ਜੀ, ਤੁਹਾਡਾ ਹੋਰ ਬਾਕੀ ਸਾਰੀਆਂ ਤਰੀਕਾਂ ਵਗੈਰਾ ਜੋ ਵੀ ਇਨਫੋਰਮੇਸ਼ਨ ਉਹ ਤੁਹਾਡੇ ਪਾਸਪੋਰਟਾਂ ਦੇ ਵਿੱਚ ਹੈਗੀਆਂ, ਤੁਹਾਡੇ ਇਮੀਗ੍ਰੇਸ਼ਨ ਦੇ ਡਾਕੂਮੈਂਟਸ ਦੇ ਵਿੱਚ ਹੈਗੀਆਂ। ਜੇ ਕਿਤੇ ਜਾਓਗੇ ਵੀ ਤਾਂ ਉਹਨਾਂ ਨੇ ਵੀ ਇਹੀ ਕੰਮ ਕਰਨਾ। ਸੋ ਇਸ ਕਰਕੇ ਵੀ ਇੱਕ ਤਾਂ ਜਿਹੜੀ ਫੀ ਚਲੋ ਸਰਕਾਰ ਦੀ ਹੈਗੀ ਆ ਉਹ ਤਾਂ $341 ਆ ਕੈਨੇਡੀਅਨ ਹਨਾ, ਉਹ ਤਾਂ ਜਾਣੀ ਸਾਰਿਆਂ ਨੂੰ ਭਰਨੇ ਪੈਣੇ OCI ਕਾਰਡ ਦੀ ਜਿਹੜੀ ਫੀਸ ਆ $341 ਹੈ। ਪਰ ਜੇ ਕਿਤੇ ਜਾਓਗੇ ਤੇ $1000 ਫਿਰ ਲੱਗ ਜਾਂਦਾ। ਪਰ ਜਿਨ੍ਹਾਂ ਦੀ ਬੇਬਸੀ ਆ ਜਾਣੀ ਨਹੀਂ ਕੋਈ ਫੈਮਿਲੀ ਮੈਂਬਰ ਨਹੀਂ ਉਹ ਆਪ ਕਰ ਸਕਦੇ ਤੇ ਫਿਰ ਤੇ ਕਟਾਰੀਆ ਟੂਰ ਐਂਡ ਟਰੈਵਲ ਹੈਗੇ ਆ ਨਾ। ਜੀ ਜੀ ਬਿਲਕੁਲ ਉਹੀ ਕਹਿਣ ਲੱਗਾ ਸੀ ਜੀ। ਨੇ ਪਰ ਕੁੱਲ ਮਿਲਾ ਕੇ ਵੀ ਜੇ ਇਹ ਮਿਹਨਤ ਨਾਲ ਕਮਾਏ ਹੋਏ ਡਾਲਰ ਤੁਸੀਂ ਬਚਾਉਣਾ ਚਾਹੁੰਦੇ ਹੋ ਤੇ ਫਿਰ ਥੋੜਾ ਯਤਨ ਕਰੀਏ। ਘਰ ਦੇ ਵਿੱਚ ਆਪਾਂ ਵਿਹਲੇ ਬੈਠੇ ਹਾਂ ਤੇ ਫਾਰਮ ਹੀ ਭਰਨੇ ਆ, ਆਪ ਭਰੇ ਜਾ ਸਕਦੇ ਆ, ਇਨਫੋਰਮੇਸ਼ਨ ਤੁਹਾਡੇ ਕੋਲ ਆ ਸਾਰੀ ਡਾਕੂਮੈਂਟਸ ਦੀ ਹਨਾ। ਸੋ ਤਦ ਕਰਕੇ ਇਹ ਹੈ ਜੀ ਵੀ ਉਹ ਪ੍ਰੋਸੈਸ ਬੜਾ ਸਿੰਪਲ ਹੈ, ਘਰੋਂ ਇਹ ਭਰ ਕੇ ਤੇ ਉਹਨੂੰ ਸਬਮਿਟ ਕਰਕੇ ਤੇ ਫਿਰ ਉਹਦੀ ਕਾਪੀ ਜਿਹੜੀ ਆ ਉਹ ਪ੍ਰਿੰਟ ਕਰ ਲਈਦੀ ਆ। ਉਹ ਜਿਹੜੀਆਂ ਪਹਿਲਾਂ ਤਾਂ ਇੰਸਟਰਕਸ਼ਨ ਬੜੇ ਧਿਆਨ ਨਾਲ ਪੜ੍ਹਨੀਆਂ ਆਨਲਾਈਨ ਵੀ ਹਾਂਜੀ ਕਿੱਦਾਂ ਅਪਲਾਈ ਹੋਣੀ ਆ, ਉਹ ਚੈੱਕ ਲਿਸਟ ਲਿਖੀ ਕਿਹੜਾ ਕਿਹੜਾ ਡਾਕੂਮੈਂਟ ਚਾਹੀਦਾ, ਪਹਿਲਾਂ ਡਾਕੂਮੈਂਟ ਇਕੱਠੇ ਕਰ ਲਓ, ਉਹ ਡਾਕੂਮੈਂਟ ਇਕੱਠੇ ਕਰਕੇ ਟੇਬਲ ਤੇ ਰੱਖ ਕੇ ਫਿਰ ਐਪਲੀਕੇਸ਼ਨ ਭਰਨੀ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਡਾਕੂਮੈਂਟ ਕੋਈ ਲੱਭਣਾ ਨਾ ਜਾਵੇ ਵੀ ਹੁਣ ਆਹ ਡਾਕੂਮੈਂਟ ਦੱਸੋ ਜੀ, ਇਹ ਅਪਲੋਡ ਕਰੋ ਜੀ। ਸੋ ਇਸ ਕਰਕੇ ਪਹਿਲਾਂ ਡਾਕੂਮੈਂਟ ਪੂਰੇ ਕਰਨੇ ਆ, ਫਿਰ ਐਪਲੀਕੇਸ਼ਨ ਆਨਲਾਈਨ ਘਰੋਂ ਕਰ ਲੈਣੀ ਬੱਚਿਆਂ ਦੀ ਮਦਦ ਨਾਲ। ਜਿਵੇਂ ਵੀ ਬੱਚੇ ਵੀ ਇਹ ਕੰਮ ਬੜਾ ਕਰਦੇ ਨੇ ਪਰ ਉਹਨਾਂ ਨੂੰ ਬੱਚਿਆਂ ਨੂੰ ਖਿਆਲ ਰੱਖਣਾ ਪੈਣਾ ਹੈ। ਬੱਚਿਆਂ ਤੇ ਠੀਕ ਆ ਵੀ ਉਹ ਕੈਨੇਡੀਅਨ ਬੋਰਨ ਆ ਪਰ ਗਲਤੀ ਕੈਨੇਡੀਅਨ ਬੋਰਨ ਬੰਦਾ ਵੀ ਕਰ ਸਕਦਾ। ਮਤਲਬ ਕੈਨੇਡੀਅਨ ਬੋਰਨ ਦਾ ਮਤਲਬ ਇਹ ਨਹੀਂ ਵੀ ਆਪਾਂ ਕੋਈ ਅਵਤਾਰ ਆ ਵੀ ਆਪਾਂ ਗਲਤੀ ਨਹੀਂ ਕਰ ਸਕਦੇ। ਬਹੁਤ ਵਾਰੀ ਇਹ ਫਾਰਮ ਭਰਦੇ ਆ ਨਿੱਕੀ ਜਿਹੀ ਵੀ ਪੋਸਟਲ ਕੋਡ ਦੀ ਵੀ ਗਲਤੀ ਕੀਤੀ ਨਹੀਂ ਤੇ ਉਹਨਾਂ ਨੇ ਤੁਹਾਨੂੰ ਉੱਥੋਂ ਮੋੜਿਆ ਨਹੀਂ ਹਨਾ। ਸੋ ਤਦ ਕਰਕੇ ਬੜਾ ਕੇਅਰਫੁਲੀ ਮਤਲਬ ਕੈਨੇਡੀਅਨ ਬੋਰਨ ਭਰੇ ਜਾਂ ਕੋਈ ਫੋਰਨ ਬੋਰਨ ਭਰੇ ਪਰ ਉਹ ਠੀਕ ਭਰੇ ਜਿਹੜਾ ਵੀ ਉਹ ਵਿਅਕਤੀ ਭਰਨ ਵਾਲਾ ਹੋਵੇ। ਮੈਂ ਇਹ ਗੱਲ ਕਰਨੀ ਆ। ਸੋ ਤਦ ਕਰਕੇ ਇਹ ਹੈ ਜੀ ਵੀ ਉਹ ਭਰਨ ਤੋਂ ਬਾਅਦ ਫਿਰ BLS ਤੇ ਜਾ ਕੇ ਉਹ ਐਪਲੀਕੇਸ਼ਨ ਜਿਹੜੀ ਆ ਉਹ ਸਬਮਿਟ ਕਰ ਦੇਣੀ ਆ। 2-3 ਮਹੀਨੇ ਫਿਰ ਬਸ ਆਰਾਮ ਨਾਲ ਟਿਕ ਕੇ ਬਹਿ ਜਾਣਾ ਬੇਫਿਕਰ ਹੋ ਕੇ। ਫਿਰ ਰੋਜ਼-ਰੋਜ਼ ਨਹੀਂ ਦੇਖਣ ਦੀ ਲੋੜ ਵੀ ਹਾਂਜੀ ਹੁਣ ਕੀ ਬਣਿਆ। 2-3 ਮਹੀਨੇ ਕਿਸੇ ਨੂੰ ਕੋਈ ਬੁਲਾਉਣ ਦੀ ਲੋੜ ਨਹੀਂ ਤੇ ਐਟ ਦਾ ਐਂਡ ਤੁਹਾਡੀ OCI ਜਿਹੜੇ ਤੁਸੀਂ ਐਲੀਜੀਬਲ ਹੋਏ ਸਿੰਪਲ ਐਪਲੀਕੇਸ਼ਨ ਪ੍ਰੋਸੈਸ ਉਹ ਮਿਲ ਕੇ ਰਹਿਣੀ ਹੈ ਜੀ। ਜੋਸ ਸਾਹਿਬ ਕੁਇਕਲੀ ਕੁਝ ਚੰਦ ਖਬਰਾਂ ਫਿਰ ਵਾਈਂਡ ਅਪ ਕਰਦੇ ਜੀ। ਬਹੁਤ ਲੋਕ ਇਸ ਵੇਲੇ 에ਅਰਲਾਈਨਰਸ ਨੂੰ ਗਾਲਾਂ ਕੱਢ ਰਹੇ ਨੇ ਜੀ, ਥ੍ਰੈਟ ਕਰ ਰਹੇ ਨੇ ਜੀ, ਫਿਜ਼ੀਕਲ ਅਟੈਕਸ ਕਰ ਰਹੇ ਨੇ ਜੀ, ਫਰਸਟ੍ਰੇਟ ਹੋ ਰਹੇ ਨੇ ਜੀ ਬਿਕਾਜ਼ ਉਹਨਾਂ ਦੀਆਂ ਫਲਾਈਟਾਂ ਡਿਲੇ ਹੋ ਰਹੀਆਂ, ਲਗੇਜਸ ਨਹੀਂ ਆ ਰਹੇ, ਲੰਬੀਆਂ ਲਾਈਨਾਂ ਲੱਗ ਰਹੀਆਂ ਪੈਣੀਆਂ ਏਅਰਪੋਰਟ 'ਤੇ। ਸੋ ਬਹੁਤ ਬੁਰਾ ਹਾਲ ਹੋ ਰਿਹਾ ਜੀ ਏਅਰਪੋਰਟ 'ਤੇ। ਯੈਸ ਲੋਕ ਬੇਬਸ ਆ ਜੀ। ਆਪਾਂ ਦੇਖ ਲਓ ਪਿਛਲੇ ਕਿੰਨੇ ਮਹੀਨਿਆਂ ਤੋਂ ਇਹ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਤੇ ਕੋਈ ਬਹੁਤ ਵੱਡੀ ਚੇਂਜ ਪੋਜ਼ਿਟਿਵ ਹਜੇ ਹੈ ਨਹੀਂ। ਸੋ ਹਾਲਾਤ ਅਜੇ ਵੀ ਉਡੋਗੇਡ ਹੀ ਆ। ਸਰਕਾਰਾਂ ਦੇ ਵੀ ਹੱਥ ਖੜੇ ਹੀ ਲੱਗਦੇ ਆ। ਏਅਰ ਕੈਨੇਡਾ ਤੇ ਵੈਸਟਜੈਟ ਜਾਂ ਬਾਕੀ ਜਿਹੜੀਆਂ ਕੈਨੇਡੀਅਨ ਏਅਰਲਾਈਨਸ ਆ ਇੱਥੇ ਚਲੋ ਇਹ ਸਾਰੇ ਪ੍ਰਾਈਵੇਟ ਬਿਜ਼ਨਸ ਆ, ਸਰਕਾਰ ਦੀ ਤੇ ਏਅਰਲਾਈਨ ਕੋਈ ਹੈ ਹੀ ਨਹੀਂ ਹੈ ਜਿਸ ਕਰਕੇ ਸਰਕਾਰ ਦਾ ਉਹਨਾਂ ਤੇ ਕੋਈ ਬਹੁਤਾ ਜ਼ੋਰ ਨਹੀਂ ਚੱਲ ਸਕਦਾ। ਕੁੱਲ ਮਿਲਾ ਕੇ ਇਹ ਅਰਸ਼ ਵੀ ਇਹਨਾਂ ਦਾ ਜਿਹੜਾ ਸਟਾਫ ਆ ਜਾਣੀ ਇਹਨੇ ਦਿਨ ਕਾਫੀ ਉਹ ਸ਼ਿਕਾਇਤ ਕਰ ਰਹੇ ਆ ਵੀ ਸਾਨੂੰ ਜੀ ਲੋਕ ਗਾਲੋਬਾਲੀ ਬਹੁਤ ਹੁੰਦੇ ਆ, ਸਾਨੂੰ ਧਮਕੀਆਂ ਬਹੁਤ ਦਿੰਦੇ ਆ, ਕਿਤੇ ਕਿਤੇ ਤਾਂ ਜਾਣੀ ਅਟੈਕ ਵੀ ਹੋ ਜਾਂਦਾ, ਫਿਰ ਪੁਲਿਸਾਂ ਨੂੰ ਇਨਵੋਲਵ ਕਰਨਾ ਪੈਂਦਾ। ਇਹ ਸਭ ਕੁਝ ਜਿਹੜਾ ਜੀ ਨਿਰਾਸ਼ਾ ਦੇ ਵਿੱਚੋਂ ਉਪਜਦਾ। ਪਰ ਹੁਣ ਤੁਸੀਂ ਦੇਖੋ ਵੀ ਉਹ ਜਿਹੜੇ ਏਅਰਲਾਈਨ ਦੇ ਵਿੱਚ ਕੰਮ ਕਰਨ ਵਾਲੇ ਜਾਂ ਆਪਾਂ ਵੀ ਕਿਤੇ ਕਿਤੇ ਸਾਰੇ ਜਿੱਥੇ ਕਿਤੇ ਕੰਮ ਕਰਦੇ ਹਾਂ ਵੀ ਸਭ ਕੁਛ ਆਪਣੇ ਬੱਸ ਵਿੱਚ ਨਹੀਂ ਹੁੰਦਾ ਹਨਾ। ਏਡਾ ਵੱਡਾ ਓਪਰੇਸ਼ਨ ਹੈ ਜਿਹੜਾ ਏਅਰਲਾਈਨਸ ਦਾ। ਜੇ ਜਹਾਜ਼ ਹੀ ਨਹੀਂ ਤੁਰ ਰਿਹਾ ਤੇ ਏਅਰ ਦੇ ਵਿੱਚ ਏਅਰਲਾਈਨ ਦੇ ਵਿੱਚ ਬੈਠਾ ਕਮਰਿਆਂ ਦੇ ਵਿੱਚ ਜਿਹੜਾ ਅਮਲਾ ਉਹ ਵੀ ਕੀ ਕਰ ਲਊਗਾ ਹਨਾ।
ਤੇ ਜਾਂ ਫਿਰ ਲੜਾਈ ਕਰਕੇ ਗਾਲੋਬਾਲੀ ਹੋ ਕੇ ਮਸਲਾ ਜੇ ਆਪਾਂ ਕਹੀਏ ਵੀ ਸੁਲਝ ਜਾਊਗਾ, ਇਹ ਵੀ ਨਹੀਂ ਸੰਭਵ। ਮਸਲਾ ਤੇ ਫਿਰ ਸਗੋਂ ਹੋਰ ਵਿਗੜ ਜਾਊਗਾ ਜੇ ਪੁਲਿਸਾਂ ਇਨਵੋਲਵ ਹੋ ਗਈਆਂ, ਹਨਾ। ਸੋ ਇਸ ਕਰਕੇ ਉਸ ਵੇਲੇ ਤਾਂ ਵੀ ਉਹ ਭਾਣਾ ਮਿੱਠਾ ਕਰਕੇ ਮੰਨਣ ਵਾਲੀ ਗੱਲ ਹੀ ਹੋ ਜਾਂਦੀ ਹੈ। ਜੋ ਵੀ ਜੇ ਬੈਗ ਗੁਆਚ ਗਿਆ, ਜੇ ਪਾਲਤੂ ਜਾਨਵਰ ਗੁਆਚ ਗਿਆ, ਆਪਾਂ ਫਲਾਈਟ ਲੇਟ ਹੋ ਗਈ, $2-4,000 ਦੇ ਕੇ ਆਪਾਂ ਟਿਕਟਾਂ ਖਰੀਦੀਆਂ ਸੀਗੀਆਂ, ਬਾਕੀ ਸਾਰੇ ਹੋਟਲ ਬੁੱਕ ਕੀਤੇ ਸੀਗੇ, ਵੀ ਉਹ ਸਾਰਾ ਕੁਝ ਖਰਾਬ ਹੋਣ ਦਾ ਨਜ਼ਰ ਆਉਂਦਾ, ਤਾਂ ਉਹ ਸਭ ਕੁਝ ਫਿਰ ਉਸ ਵੇਲੇ ਜਰਨਾ ਪੈ ਸਕਦਾ। ਚਲੋ ਜਿੰਨੀ ਕੁ ਭਰਪਾਈ ਜਿਹੜੀ ਆ ਬਾਅਦ ਦੇ ਵਿੱਚ ਇਹ ਡੈਮੇਜਸ ਦੀ ਆ ਵੀ 에ਅਰਲਾਈਨ ਕਰ ਸਕਦੇ ਨੇ, ਜਾਂ ਵੀ ਹੋਰ ਕਿਸ ਤਰੀਕੇ ਦੇ ਨਾਲ ਰੀਬੁਕਿੰਗ ਕੀਤੀ ਜਾ ਸਕਦੀ ਆ, ਉਹ ਸੋਲੂਸ਼ਨ ਤਾਂ ਲੱਭੇ ਜਾ ਸਕਦੇ ਆ। ਜੀ ਜੇ ਇੰਨੀ ਮਾੜੀ ਕਿਸਮਤ ਹੋਵੇ ਵੀ ਇਹ ਫਲਾਈਟ ਡਿਲੇ ਹੋ ਗਈ, ਕੈਂਸਲ ਹੋ ਗਈ, ਬੈਗੇਜ ਗੁਆਚ ਗਿਆ, ਜੋ ਵੀ ਹੋਇਆ। ਪਰ ਜੇ ਵੀ ਉਸ ਵੇਲੇ ਆਪਾਂ ਲੜਾਈਆਂ ਕਰਾਂਗੇ, ਉਹਦੇ ਨਾਲ ਮਸਲਾ ਆਪਾਂ ਹੋਰ ਵਧਾ ਲਾਂਗੇ ਯਾਰ। ਕਰਕੇ ਇਹੀ ਜੀ ਵੀ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ, ਹੁਣ ਤੁਹਾਨੂੰ ਪਤਾ ਵੀ ਸਾਰੇ ਪਾਸੇ ਗਰਮੀ ਵਧੀ ਹੋਈ ਹੈ ਜੀ। ਗਰਮੀ ਵਧਣ ਦੇ ਵਿੱਚ ਇੱਕ ਦੂਜੇ ਦੇ ਗਲ ਪੈਣਾ ਸੌਖਾ ਲੱਗਦਾ ਜ਼ਰੂਰ ਆ, ਪਰ ਇਹਦੇ ਨਾਲ ਫਿਰ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਮਸਲੇ ਵੱਧਦੇ ਨੇ, ਪੁਲਿਸਾਂ ਦੇ ਕੰਪਿਊਟਰਾਂ ਦੇ ਵਿੱਚ ਇੱਕ ਵਾਰੀ ਮਤਲਬ ਝਰੀਟਾਂ ਪਈਆਂ ਨਹੀਂ ਤੇ ਉਹ ਮਰਦੇ ਦਮ ਤੱਕ ਉੱਦਾਂ ਹੀ ਰਹਿਣੀਆਂ ਉਸ ਵਿਅਕਤੀਆਂ ਦੀ, ਜਾਂ ਵੀ ਫਲਾਨੀ ਤਰੀਕ ਨੂੰ ਇੱਦਾਂ ਇਹਨੇ ਆਹ ਲੜਾਈ ਕੀਤੀ ਸੀ, ਇਹਨੇ ਇੱਦਾਂ ਕੀਤਾ ਸੀਗਾ, ਜਿਹੜਾ ਫਿਰ ਕਈ ਸਾਲਾਂ ਤੱਕ ਗਾਂ ਤੁਹਾਡੇ ਕੈਰੀਅਰ ਦੇ ਵਿੱਚ ਰੁਕਾਵਟਾਂ ਬਣਦਾ ਰਹੇਗਾ ਜੇ ਤੁਸੀਂ ਇੱਦਾਂ ਦਾ ਉੱਥੇ ਇੱਕ ਵਾਰੀ ਚਾਰਜ ਲਵਾ ਕੇ ਆ ਗਏ। ਕਿਉਂਕਿ ਮਤਲਬ ਉਸ ਵੇਲੇ ਜਿਸ ਵੇਲੇ ਕੈਂਸਲ ਹੋ ਗਈ, ਫਲਾਈਟ ਡਿਲੇ ਹੋ ਗਈ, ਉੱਥੇ ਉਹ ਏਅਰਪੋਰਟ ਤੇ ਜਿਹੜਾ ਅਮਲਾ ਸਟਾਫ ਆ ਉਹਨਾਂ ਨੇ ਤਾਂ ਉਹਨਾਂ ਦਾ ਕੰਮ ਤੁਹਾਨੂੰ ਦੱਸਣਾ ਹੀ ਆ, ਤੇ ਜਦੋਂ ਜਹਾਜ਼ ਰੈਡੀ ਹੋ ਗਿਆ ਉਹਨਾਂ ਨੇ ਕਹਿਣਾ ਆ ਜਾਓ ਜੀ, ਬਿਲਕੁਲ ਉਹਨਾਂ ਨੇ ਥੋੜਾ ਤੋਰਨਾ ਆ। ਜੇ ਜਹਾਜ਼ 에ਅਰਲਾਈਨ ਦਾ ਤੁਰ ਹੀ ਨਹੀਂ ਰਿਹਾ ਤੇ ਉਹ ਸਟਾਫ ਨਾਲ ਲੜ ਕੇ ਵੀ ਕੀ ਅਚੀਵ ਕਰ ਲਾਂਗੇ। ਤੇ ਉਸ ਲਿਹਾਜ਼ ਨਾਲ ਜੀ ਵੀ ਇਹ ਹੋਰ ਨੁਕਸਾਨ ਹੋਣ ਤੋਂ ਬਚਾਉਣ ਦੇ ਲਈ ਇਹੀ ਆ ਵੀ ਆਪਾਂ ਉੱਥੇ ਲੜੀਏ ਝਗੜੀਏ ਨਾ, ਥੋੜਾ ਜਿਹਾ ਠਰਮੇ ਦੇ ਨਾਲ ਹੀ, ਕਿਉਂਕਿ ਮਨੁੱਖਾ ਜੀਵਨ ਹੈ ਜੀ। ਜਿੱਦਾਂ ਆਪਾਂ ਕਹਿ ਦਿੰਦੇ ਵੀ ਜਾਨਵਰਾਂ ਦਾ ਨਾਂ ਲੈ ਕੇ ਕਈ ਵਾਰੀ, ਪਰ ਹੁਣ ਜਾਨਵਰ ਤਾਂ ਉਦਾਂ ਕਰਦੇ ਹੀ ਨਹੀਂ ਜਿੱਦਾਂ ਕਈ ਵਾਰੀ ਮਨੁੱਖ ਕਰਨ ਲੱਗ ਪੈਂਦੇ ਲੜਾਈਆਂ ਝਗੜੇ ਜਾਂ ਵਗੈਰਾ, ਉਹ ਥੋੜਾ ਜਿਹਾ ਵਿਚਾਰਨ ਦੀ ਲੋੜ ਹੈ ਜੀ। ਵਾਰਡ 9 ਅਤੇ 10 ਸਕੂਲ ਟਰਸਟੀ ਸਾਡੇ ਨਾਲ ਇਸ ਵੇਲੇ ਗੱਲ ਕਰ ਰਹੇ ਨੇ, ਸਾਡੇ ਨਾਲ ਕੈਂਡੀਡੇਟ ਸਰਦਾਰ ਸਤਪਾਲ ਸਿੰਘ ਜੌਹਲ ਹੈ। ਜੌਹਲ ਸਾਹਿਬ, ਕਿੱਦਾਂ ਚੱਲ ਰਹੀਆਂ ਤਿਆਰੀਆਂ ਜੀ? ਹਾਂ ਨਹੀਂ, ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਭੈਣ ਭਰਾਵਾਂ ਦਾ, ਤੇ ਡੇਲੀ ਬੇਸਿਸ ਤੇ ਵੈਸੇ ਭੈਣ ਭਰਾ ਸੰਪਰਕ ਕਰ ਰਹੇ ਜੀ, ਕੰਟੈਕਟ ਕਰ ਰਹੇ ਆ, ਤੇ ਆਪਾਂ ਨੂੰ ਅੱਛੀ ਸਪੋਰਟ ਆ ਜਿਹੜੀ ਉਹ ਭੈਣ ਭਰਾਵਾਂ ਦੀ ਮਿਲ ਹੀ ਰਹੀ ਆ। ਕਿਉਂਕਿ ਅਸੀਂ ਅੱਜ ਤਾਂ ਉੱਭਰ ਕੇ ਕੋਈ ਇੱਕਦਮ ਖੁੰਬ ਉੱਗ ਕੇ ਕਹਿ ਨਹੀਂ ਦਿੱਤਾ ਵੀ ਅਸੀਂ ਵੀ ਹੈਗੇ ਆ ਇੱਥੇ ਜੀ। ਇੱਕ ਲੰਬਾ ਸਾਡਾ ਟਰੈਕ ਰੈਕਡ ਆ ਅਰਸ਼, ਤੇ ਲੰਬੇ ਸਮੇਂ ਤੋਂ ਸਾਰੇ ਭੈਣ ਭਰਾਵਾਂ ਨੂੰ ਪਤਾ ਹੋਣ ਕਰਕੇ ਬਹੁਤੀਆਂ ਸਾਨੂੰ ਐਫਰਟਸ ਕਰਨ ਦੀ ਕਈ ਵਾਰੀ ਲੋੜ ਵੀ ਨਹੀਂ ਪੈਂਦੀ ਹੈ ਨਾ ਜੀ 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 ਜੀ, ਕਿਉਂਕਿ ਜਾਣਦੇ ਹੀ ਨੇ ਭੈਣ ਭਰਾ, ਸਾਡੇ ਕੰਮ ਨੂੰ ਜਾਣਦੇ ਨੇ ਤੇ ਸਾਡੇ ਕੱਢੇ ਹੋਏ ਸਿੱਟਿਆਂ ਨੂੰ ਜਾਣਦੇ ਨੇ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਕਿ ਅਸੀਂ ਆਪਣਾ ਕੰਮ ਕਰਨਾ ਜਿਹੜਾ ਜੀ ਉਹ ਜਾਰੀ ਰੱਖ ਰਹੇ ਹਾਂ। ਸੋ ਕੈਸਲ ਮੋਰ ਤੇ ਸਪਰਿੰਗਡੇਲ ਏਰੀਆ ਜਿਹੜਾ ਜੀ L6R ਪੋਸਟਲ ਕੋਡ ਵਾਰਡ 9 ਆ, L6P ਦਾ ਵੱਡਾ ਹਿੱਸਾ ਵਾਰਡ 10 ਹੈ, ਤੇ ਉਹਦੇ ਵਿੱਚ ਜਿਹੜਾ ਜੀ ਵੀ ਕੰਪੇਨ ਅਗਲੇ ਹਫ਼ਤਿਆਂ ਮਹੀਨਿਆਂ ਦੇ ਦੌਰਾਨ ਜਿਹੜੀ ਉਹ ਚੱਲਦੀ ਰਹਿਣੀ ਆ, ਜਿੱਥੇ ਜਿੱਥੇ ਸਾਡੀ ਕੋਸ਼ਿਸ਼ ਤਾਂ ਹੋਏਗੀ ਵੱਧ ਤੋਂ ਵੱਧ ਲੋਕਾਂ ਨੂੰ ਮਿਲਿਆ ਜਾਵੇ ਜਗ੍ਹਾ ਜਗ੍ਹਾ ਤੇ, ਹਨਾ। ਪਰ ਇੰਨਾ ਵੱਡਾ ਏਰੀਆ ਨਹੀਂ ਜਾਇਆ ਜਾ ਸਕਣਾ ਹਰ ਜਗ੍ਹਾ ਤੇ, ਪਰ ਜਿੱਥੇ ਆ ਗਏ ਉੱਥੇ ਸਾਡੀ ਕੋਸ਼ਿਸ਼ ਹੋਵੇਗੀ, ਜਿੱਥੇ ਨਹੀਂ ਆ ਸਕੇ ਉੱਥੇ ਸਮਝਾਂਗੇ ਜੀ ਵੀ ਸਮੇਂ ਦੀ ਘਾਟ ਰਹਿ ਗਈ। ਪਰ ਸਾਡੇ ਭੈਣ ਭਰਾ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਜ਼ਰੂਰ ਇਹ ਸਮਝਣ ਵੀ ਸਾਡਾ ਆਉਣਾ ਕਰਕੇ ਤੇ ਜ਼ਰੂਰ 7, 8, 9 ਅਕਤੂਬਰ ਤੇ 14, 15 ਅਕਤੂਬਰ ਤੇ 24 ਅਕਤੂਬਰ ਐਡਵਾਂਸ ਪੋਲ 5 ਦਿਨ ਤੇ ਇਲੈਕਸ਼ਨ ਡੇ 6ਵਾਂ ਦਿਨ ਹੈ ਜਿਹੜਾ ਜੀ 24 ਅਕਤੂਬਰ। ਉਧਰ ਦੀਵਾਲੀ ਵੀ ਮਨਾਈ ਜਾਵੇ, ਬੰਦੀ ਛੋੜ ਦਿਵਸ ਵੀ, ਤੇ ਨਾਲ ਜਿਹੜਾ ਜੀ ਆਪਣਾ ਵੋਟ ਜ਼ਰੂਰ ਪਾਇਆ ਜਾਵੇ। ਵਾਰਡ 9 ਤੇ 10 ਦੇ ਵਿੱਚ ਸਕੂਲ ਟਰਸਟੀ ਸਤਪਾਲ ਸਿੰਘ ਜੌਹਲ ਉਮੀਦਵਾਰ ਜੀ। 4168953784 ਜੌਹਲ ਸਾਹਿਬ ਦਾ ਡਾਇਰੈਕਟ ਨੰਬਰ ਹੈ ਜੀ, ਸਕਰੀਨ ਤੇ ਲਿਖੇ ਤੁਸੀਂ ਨੰਬਰ ਵੀ ਦੇਖ ਸਕਦੇ ਹੋ ਜੀ, 4168953784 ਤੇ ਜੌਹਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕੀਤੀ ਜਾ ਸਕਦੀ ਹੈ। ਜੌਹਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਆਓ ਥੈਂਕ ਯੂ ਅਰਸ਼। ਇਸ ਤਰ੍ਹਾਂ ਵੀ ਦੇਖੋ ਭੈਣ ਭਰਾ ਬੜੇ ਡੀਟੇਲ ਦੇ ਵਿੱਚ ਹਰ ਚੀਜ਼ ਦੇਖਦੇ ਨੇ, ਸੁਣਦੇ ਨੇ, ਹਨਾ। ਅਸੀਂ ਇਸੇ ਕਰਕੇ ਬਹੁਤ ਸਤਿਕਾਰ ਦੇ ਨਾਲ ਹਰ ਚੀਜ਼ ਜਿਹੜੀ ਪ੍ਰਿਪੇਅਰ ਕਰਕੇ ਭੈਣ ਭਰਾਵਾਂ ਦੀ ਸੇਵਾ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹਨਾ ਜੀ ਜੀ ਜੀ। ਹੁਣ ਲੋਕਾਂ ਨੇ ਦੇਖਿਆ ਵੀ ਪਿਕਚਰ ਤੇ ਥੱਲੇ ਫੋਨ ਨੰਬਰ ਹੈ ਨਹੀਂ, ਸਰੋਤਿਆਂ ਨੇ ਵੀ ਕੰਟੈਕਟ ਕਰਨਾ ਹੋਵੇ ਤਾਂ ਕਿੱਥੋਂ ਕਰੀਏ। ਸੋ ਆਪਾਂ ਉਹਨਾਂ ਦੇ ਕਹਿਣ ਤੇ ਅੱਜ ਜਿਵੇਂ ਸਾਨੂੰ ਫੋਨ ਨੰਬਰ ਜਿਹੜਾ ਐਡ ਕੀਤਾ। ਸੋ ਥੈਂਕ ਯੂ ਤੁਹਾਡਾ ਅਰਸ਼ ਤੇ ਸਮੁੱਚੀ ਆਪਣੀ ਟੈਕਨੀਕਲ ਟੀਮ ਦਾ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੌਹਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।